ਇਸ ਡਿਕਟੇਸ਼ਨ ਦੀ ਪੰਜਾਬੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ। ਬੀ ਰੈਡੀ, ਸਟਾਰਟ। ਕੰਪਿਊਟਰ ਤਕਨੀਕ ਨੇ ਬਹੁਤ ਸਾਰੇ ਕੰਮ ਆਸਾਨ ਕਰ ਦਿੱਤੇ ਹਨ, ਪਰ ਸਭ ਕੁਝ ਡਿਜੀਟਲ ਕਰ ਦਿੱਤੇ ਜਾਣ ਦੇ ਕਈ ਖਤਰੇ ਵੀ ਸਾਹਮਣੇ ਆ ਰਹੇ ਹਨ। ਡੰਡੀ ਇੱਥੋਂ ਤੱਕ ਕਿ ਕਿਸੇ ਵਿਅਕਤੀ ਜਾਂ ਸੰਸਥਾ ਖਿਲਾਫ ਲੰਮੇ ਸਮੇਂ ਦੀ ਯੋਜਨਾਬੰਦੀ ਰਾਹੀਂ ਸਾਜ਼ਿਸ਼ ਰਚੀ ਜਾ ਸਕਦੀ ਹੈ। ਡੰਡੀ ਉਸਦੇ ਘਰ ਵਿੱਚ ਪਿਆ ਕੰਪਿਊਟਰ ਸੁਰੱਖਿਅਤ ਨਹੀਂ ਹੈ ਅਤੇ ਸੰਬੰਧਿਤ ਵਿਅਕਤੀ ਦੀ ਜਾਣਕਾਰੀ ਤੋਂ ਬਿਨਾਂ ਉਸਦੇ ਕੰਪਿਊਟਰ ਵਿੱਚ ਅਜਿਹੀ ਜਾਣਕਾਰੀ ਅਤੇ ਫਾਈਲਾਂ ਪਹੁੰਚਾਈਆਂ ਜਾ ਸਕਦੀਆਂ ਹਨ ਜੋ ਗੈਰ ਕਾਨੂੰਨੀ ਹੋਣ। ਡੰਡੀ ਅਮਰੀਕਾ ਦੀ ਡਿਜੀਟਲ ਫੋਰੈਂਸਿਕ ਕੰਪਨੀ ਅਰਸੈਨਲ ਕੰਸਲਟਿੰਗ ਦੀ ਰਿਪੋਰਟ ਉੱਤੇ ਯਕੀਨ ਕੀਤਾ ਜਾਵੇ ਤਾਂ ਉਸਦੀਆਂ ਰਿਪੋਰਟਾਂ ਭੀਮਾ ਕੋਰੇਗਾਓਂ ਹਿੰਸਾ ਦੇ ਨਾਮ ਉੱਤੇ ਨਜ਼ਰਬੰਦ ਕੀਤੇ ਗਏ 1.25 ਦਰਜਨ ਬੁੱਧੀਜੀਵੀਆਂ, ਵਕੀਲਾਂ ਅਤੇ ਸਿੱਖਿਆ ਸ਼ਾਸਤਰੀਆਂ ਖਿਲਾਫ ਚਲਾਏ ਜਾ ਰਹੇ ਦੇਸ਼ ਧਰੋਹ ਦੇ ਮੁਕੱਦਮੇ ਪਿੱਛੇ ਵੱਡੀ ਸਾਜ਼ਿਸ਼ ਨੂੰ ਬੇਨਕਾਬ ਕਰ ਸਕਦੀਆਂ ਹਨ। ਡੰਡੀ ਕੰਪਨੀ ਨੇ ਪਹਿਲੀ ਰਿਪੋਰਟ ਫਰਵਰੀ 2021 ਵਿੱਚ ਦਿੱਤੀ ਸੀ। ਡੰਡੀ ਹੁਣ ਦੂਸਰੀ ਰਿਪੋਰਟ ਵਿੱਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ 2018 ਵਿੱਚ ਭੀਮਾ ਕੋਰੇਗਾਓਂ ਵਿਖੇ ਹੋਈ ਹਿੰਸਾ ਤੋਂ ਬਾਅਦ ਕਿਸੇ ਹੈਕਰ ਨੇ ਸਮਾਜਿਕ ਕਾਰਕੁਨ ਰੋਨਾ ਵਿਲਸਨ ਦੇ ਕੰਪਿਊਟਰ ਵਿੱਚ 22 ਫਾਈਲਾਂ ਚੋਰੀ ਅਤੇ ਵਿਲਸਨ ਦੀ ਜਾਣਕਾਰੀ ਤੋਂ ਬਿਨਾਂ ਰੱਖ ਦਿੱਤੀਆਂ। ਡੰਡੀ ਪੈਰਾਚੇਂਜ ਇਹ ਫਾਈਲਾਂ ਨਾ ਤਾਂ ਵਿਲਸਨ ਜਾਂ ਉਸਦੇ ਕੰਪਿਊਟਰ ਉੱਤੇ ਕੰਮ ਕਰਨ ਵਾਲੇ ਕਿਸੇ ਵਿਅਕਤੀ ਨੇ ਬਣਾਈਆਂ ਅਤੇ ਨਾ ਹੀ ਉਹਨਾਂ ਨੇ ਇਹ ਫਾਈਲਾਂ ਖੋਲ੍ਹੀਆਂ। ਡੰਡੀ ਇਹਨਾਂ ਫਾਈਲਾਂ ਵਿੱਚ ਰੋਨਾ ਵਿਲਸਨ ਅਤੇ ਗ੍ਰਿਫਤਾਰ ਕੀਤੇ ਗਏ ਹੋਰ ਸਮਾਜਿਕ ਕਾਰਕੁਨਾਂ ਵੱਲੋਂ ਪਾਬੰਦੀਸ਼ੁਦਾ ਭਾਰਤੀ ਮਾਓਵਾਦੀ ਪਾਰਟੀ ਨਾਲ ਚਿੱਠੀ ਪੱਤਰ ਦਾ ਜ਼ਿਕਰ ਅਤੇ ਮਾਓਵਾਦੀ ਪਾਰਟੀ ਨੂੰ ਮਿਲਣ ਵਾਲੇ ਫੰਡਾਂ, ਕੇਡਰ ਦੀ ਕਮੀ ਅਤੇ ਹੋਰ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਡੰਡੀ ਇਹ ਫਾਈਲਾਂ ਨੂੰ ਪਹਿਲਾਂ ਪੂਨਾ ਪੁਲਿਸ ਅਤੇ ਬਾਅਦ ਵਿੱਚ ਕੌਮੀ ਜਾਂਚ ਏਜੰਸੀ NIA ਨੇ ਇਹਨਾਂ ਵਿਦਵਾਨਾਂ ਅਤੇ ਸਮਾਜਿਕ ਕਾਰਕੁਨਾਂ ਵਿਰੁੱਧ ਸਬੂਤ ਵਜੋਂ ਪੇਸ਼ ਕੀਤਾ ਹੈ। ਡੰਡੀ ਪੈਰਾਚੇਂਜ ਇੱਕ ਰਿਪੋਰਟ ਮੁਤਾਬਿਕ ਜਾਂਚ ਏਜੰਸੀਆਂ ਨੇ ਕੇਵਲ ਇੰਨਾ ਕਹਿ ਕੇ ਹੀ ਕੰਮ ਚਲਾ ਲਿਆ ਹੈ ਕਿ ਉਹ ਕਿਸੇ ਪ੍ਰਾਈਵੇਟ ਕੰਪਨੀ ਜਾਂ ਸੰਸਥਾ ਦੀਆਂ ਰਿਪੋਰਟਾਂ ਉੱਤੇ ਯਕੀਨ ਨਹੀਂ ਕਰਦੀਆਂ। ਡੰਡੀ ਇਸ ਤੋਂ ਪਹਿਲੀ ਰਿਪੋਰਟ ਨੂੰ ਵੀ ਅਦਾਲਤਾਂ ਨੇ ਅਣਦੇਖਿਆ ਕਰ ਦਿੱਤਾ ਸੀ। ਡੰਡੀ ਅਰਸੈਨਲ ਕੰਸਲਟਿੰਗ ਡਿਜੀਟਲ ਖੇਤਰ ਦੇ ਅਪਰਾਧਾਂ ਬਾਰੇ ਤਫਤੀਸ਼ ਕਰਨ ਵਾਲੀਆਂ ਫੋਰੈਂਸਿਕ ਸੰਸਥਾਵਾਂ ਵਿੱਚੋਂ ਮੋਹਰੀ ਮੰਨੀ ਜਾਂਦੀ ਹੈ। ਡੰਡੀ ਰੋਨਾ ਵਿਲਸਨ ਦੇ ਵਕੀਲਾਂ ਨੇ 2019 ਵਿੱਚ ਉਸਦੇ ਕੰਪਿਊਟਰ ਦੀ ਹਾਰਡ ਡਿਸਕ ਦੀ ਇਲੈਕਟ੍ਰੌਨਿਕ ਕਾਪੀ ਇਸ ਕੰਪਨੀ ਨੂੰ ਭੇਜੀ ਸੀ। ਡੰਡੀ ਇਹ ਦੋਵੇਂ ਰਿਪੋਰਟਾਂ ਇਸ ਪੂਰੇ ਮਾਮਲੇ ਉੱਤੇ ਸਵਾਲੀਆ ਨਿਸ਼ਾਨ ਲਗਾ ਰਹੀਆਂ ਹਨ। ਡੰਡੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਜਾਂਚ ਕਰਵਾਏ। ਡੰਡੀ ਜੇਕਰ ਸਰਕਾਰ ਨੇ ਚੁੱਪ ਵੱਟੀ ਰੱਖੀ ਤਾਂ
ਨਾ ਕੇਵਲ ਸਰਕਾਰ ਦੀ ਸਾਖ ਨੂੰ ਵੱਟਾ ਲੱਗੇਗਾ, ਬਲਕਿ ਦੇਸ਼ ਦੀ ਨਿਆਂ ਪ੍ਰਣਾਲੀ 'ਤੇ ਵੀ ਸਵਾਲ ਉਠਾਏ ਜਾਣਗੇ। ਡੰਡੀ। ਸੰਪਾਦਕੀ ਡਿਕਟੇਸ਼ਨ ਟੂ ਸਟਾਰਸ ਸਪੀਡ ਸੇਮ। ਦੇਸ਼ ਵਾਸੀਆਂ ਨੂੰ ਉਮੀਦ ਸੀ ਕਿ ਮੰਗਲਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਸੇ ਵੱਡੇ ਫੈਸਲੇ ਬਾਰੇ ਸੂਚਨਾ ਦੇਣਗੇ, ਕਿਉਂਕਿ ਪਹਿਲਾਂ ਅਜਿਹੇ ਸੰਬੋਧਨਾਂ ਵਿੱਚ ਉਹ ਨੋਟਬੰਦੀ, GST, ਤਾਲਾਬੰਦੀ ਅਤੇ ਹੋਰ ਅਜਿਹੇ ਦੂਰਗਾਮੀ ਅਸਰਾਂ ਵਾਲੇ ਐਲਾਨ ਕਰਦੇ ਰਹੇ ਹਨ। ਡੰਡੀ। ਮੰਗਲਵਾਰ ਦੇ ਭਾਸ਼ਣ ਵਿੱਚ ਮੋਦੀ ਨੇ ਕੋਈ ਵੱਡਾ ਦਾਅਵਾ ਨਾ ਕਰਦਿਆਂ ਸਭ ਨੂੰ ਮਿਲ-ਜੁਲ ਕੇ ਕੋਰੋਨਾ ਦਾ ਸਾਹਮਣਾ ਕਰਨ ਦੀ ਸਲਾਹ ਦਿੱਤੀ। ਡੰਡੀ। ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਲੋਕਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਮਹਾਮਾਰੀ ਨੂੰ ਮਾਤ ਮਿਲੇਗੀ। ਡੰਡੀ। ਪ੍ਰਧਾਨ ਮੰਤਰੀ ਦੇ 24 ਮਾਰਚ 2020 ਅਤੇ 20 ਅਪ੍ਰੈਲ 2021 ਦੇ ਭਾਸ਼ਣਾਂ ਵਿੱਚ ਵੱਡਾ ਵਿਰੋਧਾਭਾਸ ਇਹ ਸੀ ਕਿ ਮਾਰਚ 2020 ਦੇ ਭਾਸ਼ਣ ਵਿੱਚ ਲੋਕਾਂ ਨੂੰ 3 ਹਫ਼ਤੇ ਦੀ ਤਾਲਾਬੰਦੀ, ਲਾਕਡਾਊਨ ਕਰਕੇ ਕੋਰੋਨਾ ਵਿਰੁੱਧ ਜੰਗ ਜਿੱਤਣ ਦਾ ਯਕੀਨ ਦਿਵਾਇਆ ਗਿਆ ਸੀ, ਜਦੋਂ ਕਿ ਮੰਗਲਵਾਰ 20 ਅਪ੍ਰੈਲ 2021 ਦੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਲਾਕਡਾਊਨ ਨੂੰ ਸਭ ਤੋਂ ਆਖਰੀ ਰਾਹ ਦੱਸਿਆ। ਡੰਡੀ। ਸਿਆਸੀ ਮਾਹਿਰ ਇਸ ਵਿਰੋਧਾਭਾਸ ਬਾਰੇ ਕਈ ਤਰ੍ਹਾਂ ਦਾ ਤਰਕ ਵਿਤਰਕ ਕਰਦੇ ਹੋਏ ਇਸ ਗੱਲ 'ਤੇ ਹੈਰਾਨ ਹੋ ਰਹੇ ਹਨ ਕਿ ਜਦੋਂ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਸੈਂਕੜਿਆਂ ਵਿੱਚ ਸੀ ਤਾਂ ਲਾਕਡਾਊਨ ਲਗਾਇਆ ਗਿਆ, ਅਤੇ ਹੁਣ ਜਦੋਂ ਅਜਿਹੇ ਮਰੀਜ਼ਾਂ ਦੀ ਗਿਣਤੀ ਲੱਖਾਂ ਵਿੱਚ ਹੈ ਤਾਂ ਪ੍ਰਧਾਨ ਮੰਤਰੀ ਸੂਬਿਆਂ ਨੂੰ ਲਾਕਡਾਊਨ ਨਾ ਲਗਾਉਣ ਲਈ ਕਹਿ ਰਹੇ ਹਨ। ਡੰਡੀ। ਇਸ ਦਾ ਸਿੱਟਾ ਤਾਂ ਇਹੀ ਨਿਕਲਦਾ ਹੈ ਕਿ 2020 ਵਿੱਚ ਕੀਤੀ ਗਈ ਵਿਆਪਕ ਤਾਲਾਬੰਦੀ ਕੋਈ ਸਹੀ ਕਦਮ ਨਹੀਂ ਸੀ। ਡੰਡੀ। ਪੈਰਾਚੇਂਜ। ਕਾਂਗਰਸ ਵੱਲੋਂ ਮੋਦੀ ਦੇ ਭਾਸ਼ਣ ਬਾਰੇ ਪ੍ਰਤੀਕਿਰਿਆ ਦਿੰਦਿਆਂ ਪਾਰਟੀ ਦੇ ਬੁਲਾਰੇ ਅਜੇ ਮਾਕਨ ਨੇ ਕਿਹਾ ਹੈ, ਪ੍ਰਧਾਨ ਮੰਤਰੀ ਦਾ ਅੱਜ ਦਾ ਦੇਸ਼ ਨੂੰ ਸੰਦੇਸ਼ ਹਵਾਈ ਗੱਲਾਂ ਤੋਂ ਸਿਵਾਏ ਕੁਝ ਨਹੀਂ ਸੀ। ਡੰਡੀ। ਇਹ ਆਸ ਕੀਤੀ ਜਾਂਦੀ ਸੀ ਕਿ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਇਹ ਦੱਸਣਗੇ ਕਿ ਸਰਕਾਰ ਨੇ ਦੇਸ਼ ਦੇ ਹਸਪਤਾਲਾਂ ਵਿੱਚ ਬੈੱਡ ਤੇ ਆਕਸੀਜਨ ਦਾ ਉਤਪਾਦਨ ਵਧਾਉਣ, ਰੇਮਡੇਸਿਵੀਰ ਅਤੇ ਟੋਸੀਲੀਜ਼ੁਮੈਬ ਜਿਹੀਆਂ ਦਵਾਈਆਂ ਮੁਹੱਈਆ ਕਰਾਉਣ, ਵੈਂਟੀਲੇਟਰਾਂ ਦੀ ਗਿਣਤੀ ਵਧਾਉਣ ਤੇ ਵੈਕਸੀਨ ਉਪਲਬਧ ਕਰਾਉਣ ਲਈ ਕੀ ਕੀਤਾ। ਡੰਡੀ। ਅਜਿਹੀ ਜਾਣਕਾਰੀ ਪ੍ਰਧਾਨ ਮੰਤਰੀ ਦੇ ਭਾਸ਼ਣ ਵਿੱਚ ਨਹੀਂ ਦਿੱਤੀ ਗਈ। ਡੰਡੀ। ਪ੍ਰਧਾਨ ਮੰਤਰੀ ਨੇ ਡਾਕਟਰਾਂ ਅਤੇ ਸਿਹਤ ਸੰਭਾਲ ਖੇਤਰ ਵਿੱਚ ਕੰਮ ਕਰ ਰਹੇ ਕਾਮਿਆਂ ਦਾ ਧੰਨਵਾਦ ਕੀਤਾ ਅਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੀ ਸਲਾਹਿਆ। ਡੰਡੀ। ਭਾਸ਼ਣ ਵਿੱਚ ਕੋਵਿਡ-19 ਦੀ ਮਹਾਮਾਰੀ 'ਤੇ ਕਾਬੂ ਪਾਉਣ ਲਈ ਕੁਝ ਠੋਸ ਕਦਮ ਉਠਾਉਣ ਬਾਰੇ ਜਾਣਕਾਰੀ ਗੈਰ ਹਾਜ਼ਰ ਸੀ। ਡੰਡੀ। ਪੈਰਾਚੇਂਜ। ਇਸ ਦੇ ਨਾਲ-ਨਾਲ ਸੂਬਾ ਸਰਕਾਰਾਂ ਕੇਂਦਰ ਸਰਕਾਰ ਦੀ ਵੈਕਸੀਨ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਉਸ ਦੀਆਂ ਕੀਮਤਾਂ ਬਾਰੇ ਅਪਣਾਈ ਗਈ ਨੀਤੀ ਤੋਂ ਬਹੁਤ ਨਾਰਾਜ਼ ਹਨ। ਡੰਡੀ। ਇਸ ਨੀਤੀ ਅਨੁਸਾਰ 18 ਤੋਂ 45 ਸਾਲ ਦੀ ਉਮਰ ਵਾਲੇ ਵਿਅਕਤੀਆਂ ਨੂੰ ਵੈਕਸੀਨ ਲਗਵਾਉਣ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਦੀ ਹੋਵੇਗੀ। ਡੰਡੀ।
ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਵੈਕਸੀਨ 150 ਰੁਪਏ, ਸੂਬਾ ਸਰਕਾਰ ਨੂੰ 400 ਰੁਪਏ ਅਤੇ ਨਿੱਜੀ ਖੇਤਰ ਨੂੰ 600 ਰੁਪਏ ਫੀ ਡੋਜ਼ ਦੇ ਹਿਸਾਬ ਨਾਲ ਵੇਚੇਗਾ। ਡੰਡੀ ਸਿਹਤ ਖੇਤਰ ਦੇ ਮਾਹਿਰਾਂ ਨੇ ਕੀਮਤਾਂ ਵੱਖ-ਵੱਖ ਹੋਣ ਬਾਰੇ ਚਿੰਤਾ ਪ੍ਰਗਟਾਈ ਹੈ। ਡੰਡੀ ਸੂਬਾ ਸਰਕਾਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਖੁਦ ਕੋਈ ਜ਼ਿੰਮੇਵਾਰੀ ਨਹੀਂ ਲਈ ਅਤੇ ਸਾਰਾ ਬੋਝ ਸੂਬਾ ਸਰਕਾਰਾਂ 'ਤੇ ਪਾ ਦਿੱਤਾ ਹੈ। ਡੰਡੀ ਉਹਨਾਂ ਅਨੁਸਾਰ ਸੂਬਾ ਸਰਕਾਰਾਂ ਵਿੱਤੀ ਸੰਕਟ ਦਾ ਸ਼ਿਕਾਰ ਹਨ ਅਤੇ ਕੇਂਦਰ ਸਰਕਾਰ ਨੇ ਨਾ ਪਹਿਲਾਂ ਅਤੇ ਨਾ ਹੀ ਹੁਣ ਉਹਨਾਂ ਦੀ ਬਾਂਹ ਫੜੀ ਹੈ। ਡੰਡੀ ਸੂਬਾ ਸਰਕਾਰਾਂ ਅਨੁਸਾਰ ਕੇਂਦਰੀ ਸਰਕਾਰ ਦੀ ਨਵੀਂ ਨੀਤੀ ਵੱਧ ਵਿੱਤੀ ਸੋਮਿਆਂ ਵਾਲੇ ਸੂਬਿਆਂ ਦੇ ਹੱਕ ਵਿੱਚ ਜਾਂਦੀ ਹੈ ਅਤੇ ਘੱਟ ਸਾਧਨਾਂ ਵਾਲੇ ਸੂਬਿਆਂ ਦੇ ਵਿਰੁੱਧ। ਡੰਡੀ ਛੱਤੀਸਗੜ੍ਹ ਦੇ ਸਿਹਤ ਮੰਤਰੀ TS ਦਿਓ ਨੇ ਕਿਹਾ ਹੈ, ਕੇਂਦਰ ਵੈਕਸੀਨ ਮੁਹੱਈਆ ਕਰਾਉਣ ਦੀ ਜ਼ਿੰਮੇਵਾਰੀ ਜਿਸ ਲਈ ਬਜਟ ਵਿੱਚ 30,000 ਕਰੋੜ ਰੁਪਏ ਰੱਖੇ ਗਏ ਸਨ ਤੋਂ ਪਿੱਛੇ ਹਟ ਰਿਹਾ ਹੈ। ਡੰਡੀ ਕੇਰਲ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਸੂਬਿਆਂ ਨੂੰ ਮੰਡੀ ਵਿੱਚ ਨਿੱਜੀ ਖੇਤਰ ਨਾਲ ਮੁਕਾਬਲੇ ਵਿੱਚ ਨਾ ਪਾਇਆ ਜਾਵੇ। ਡੰਡੀ ਦੁਨੀਆ ਦੇ ਸਾਰੇ ਵਿਕਸਿਤ ਦੇਸ਼ਾਂ ਵਿੱਚ ਕੇਂਦਰ ਸਰਕਾਰਾਂ ਨੇ ਆਪਣੇ ਨਾਗਰਿਕਾਂ ਨੂੰ ਕੋਵਿਡ-19 ਤੋਂ ਬਚਾਉਣ ਲਈ ਖਰਬਾਂ ਡਾਲਰ ਖਰਚ ਕੀਤੇ ਹਨ। ਡੰਡੀ ਕੇਂਦਰ ਸਰਕਾਰ ਨੂੰ ਸੂਬਾ ਸਰਕਾਰਾਂ ਦੀ ਲਗਾਤਾਰ ਸਹਾਇਤਾ ਕਰਨੀ ਚਾਹੀਦੀ ਹੈ। ਡੰਡੀ ਇਸ ਮਹਾਮਾਰੀ ਨਾਲ ਨਜਿੱਠਣਾ ਕੇਂਦਰ ਤੇ ਸੂਬਾ ਸਰਕਾਰਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਡੰਡੀ ਪੈਰਾ ਚੇਂਜ ਨਾਓ ਸਟਾਰਟਸ। ਖਾਸ ਟਿੱਪਣੀ ਡਿਕਟੇਸ਼ਨ ਸਪੀਡ 5 ਤੋਂ 10 ਸ਼ਬਦ ਵਧੇਰੇ ਹੋਵੇਗੀ। ਸਟਾਰਟ। ਮਨੁੱਖ ਕੁਦਰਤ ਦੇ ਸਹਿਜ ਜੀਵ ਵਿਕਾਸ ਦੀ ਵਿਲੱਖਣ ਉਪਜ ਹੈ। ਡੰਡੀ ਲਗਭਗ 2 ਅਰਬ ਸਾਲ ਪਹਿਲਾਂ ਧਰਤੀ ਦੀ ਸਤਹ ਉੱਤੇ ਜ਼ਿੰਦਗੀ ਧੜਕੀ। ਡੰਡੀ ਪਹਿਲਾਂ ਬੈਕਟੀਰੀਆ, ਪ੍ਰੋਟੋਜ਼ੋਆ, ਫਿਰ ਸੂਖਮ ਪੌਦੇ ਤੇ ਸੂਖਮ ਜੀਵ, ਮਗਰੋਂ ਵਿਸ਼ਾਲ ਬਿਰਖ ਅਤੇ ਤੜਵੈਲ ਜਾਨਵਰ। ਡੰਡੀ ਸਮੇਂ ਦੇ ਫੇਰ ਨਾਲ ਬਾਂਦਰ, ਚਿੰਪੈਂਜੀ ਅਤੇ ਇਹਨਾਂ ਤੋਂ ਮਨੁੱਖ। ਡੰਡੀ ਦਰਅਸਲ ਮਨੁੱਖ ਕੁਦਰਤੀ ਪ੍ਰਣਾਲੀ ਦੀ ਸਾਧਾਰਨ ਵੰਨਗੀ ਸੀ। ਡੰਡੀ ਕੁਦਰਤੀ ਕਿਰਿਆਵਾਂ, ਪ੍ਰਕਿਰਿਆਵਾਂ, ਉਸਦੇ ਵਿਹਾਰ ਅਤੇ ਜਨਸੰਖਿਆ ਉੱਤੇ ਡਾਢਾ ਕੰਟਰੋਲ ਰੱਖਦੀਆਂ ਸਨ। ਡੰਡੀ ਇਸੇ ਕਾਰਨ ਧਰਤੀ ਉੱਤੇ ਮਨੁੱਖੀ ਜਨਸੰਖਿਆ ਨੂੰ 1 ਅਰਬ ਦੀ ਗਿਣਤੀ ਪ੍ਰਾਪਤ ਕਰਨ ਲਈ ਲਗਭਗ 10 ਲੱਖ ਸਾਲ ਲੱਗੇ। ਡੰਡੀ ਫਿਰ ਮਨੁੱਖ ਕੁਦਰਤ ਨੂੰ ਖੁਦ ਕੰਟਰੋਲ ਕਰਨ ਵੱਲ ਤੁਰ ਪਿਆ। ਡੰਡੀ ਸਿੱਟੇ ਵਜੋਂ ਮਨੁੱਖ ਦੀ ਦੁੱਗਣੀ ਗਿਣਤੀ ਅਗਲੀਆਂ ਕੁਝ ਸਦੀਆਂ ਅੰਦਰ ਹੋ ਗਈ ਅਤੇ 4 ਅਰਬ ਦੀ ਸੀਮਾ ਪਾਰ ਕਰਨ ਵਿੱਚ ਸਦੀ ਤੋਂ ਵੀ ਘੱਟ ਸਮਾਂ ਲੱਗਾ। ਡੰਡੀ ਪੈਰਾ ਚੇਂਜ। ਹੁਣ ਮਨੁੱਖ ਨੇ ਆਪਣੀ ਜਨਮਦਾਤੀ ਧਰਤੀ ਦੇ ਕੁਦਰਤੀ ਸਮਤੋਲ ਤੇ ਵਾਤਾਵਰਨ 'ਚ ਆਪਣੀ ਵਿਕਾਸ ਲਾਲਸਾ ਕਾਰਨ ਡਾਢਾ ਅਸਾਵਾਂਪਨ ਤੇ ਪ੍ਰਦੂਸ਼ਣ ਪੈਦਾ ਕਰ ਦਿੱਤਾ ਹੈ। ਡੰਡੀ ਜਿਸ ਕੁਦਰਤ ਦਾ ਮਨੁੱਖ ਰਿਣੀ ਹੈ, ਉਸ ਤੋਂ ਸਾਹ ਸੱਤ ਲੈਂਦਾ ਹੈ, ਉਸੇ ਨੂੰ ਉਜਾੜਨਾ ਸ਼ੁਰੂ ਕਰ ਦਿੱਤਾ ਹੈ। ਡੰਡੀ ਧਰਤੀ ਦੀ ਬੇਹੁਰਮਤੀ ਕਾਰਨ ਮਨੁੱਖ ਤੇ ਕੁਦਰਤ ਦਾ ਰਿਸ਼ਤਾ ਟੁੱਟ ਰਿਹਾ ਹੈ। ਡੰਡੀ ਇਸਨੇ ਬੇਸ਼ੁਮਾਰ ਵਾਤਾਵਰਣੀ ਸਮੱਸਿਆਵਾਂ ਖੜੀਆਂ ਕਰ ਦਿੱਤੀਆਂ ਹਨ। ਡੰਡੀ ਪਹਿਲਾਂ ਕੁਦਰਤ ਮਧੋਲੀ ਗਈ ਸੀ
ਹੁਣ ਉਹ ਮਨੁੱਖ ਨੂੰ ਮਿਧ ਰਹੀ ਹੈ ਡੰਡੀ। ਵਿਗਿਆਨੀਆਂ ਅਨੁਸਾਰ ਮੌਜੂਦਾ ਵਿਪਤਾਵਾਂ ਕੁਦਰਤ ਦੇ ਸਾਵੇਂਪਨ ਵਿੱਚ ਆਪ ਹੁਦਰੀਆਂ ਦਖਲ ਅੰਦਾਜ਼ੀਆਂ ਦਾ ਸਿੱਟਾ ਹਨ ਡੰਡੀ। ਜੇਤੂ ਮਨੁੱਖ ਅੱਜ ਕੁਦਰਤ ਦੇ ਕਟਹਿਰੇ ਵਿੱਚ ਮੁਲਜ਼ਮ ਬਣਿਆ ਖੜਾ ਹੈ ਡੰਡੀ। ਪੈਰਾ ਚੇਂਜ। ਇਸ ਸਮੇਂ ਕੁਦਰਤ ਦੇ ਨਿਘਾਰ ਦੀਆਂ ਸਮੱਸਿਆਵਾਂ ਮੋਟੇ ਤੌਰ 'ਤੇ ਦੋ ਤਰ੍ਹਾਂ ਦੀਆਂ ਹਨ ਡੰਡੀ। ਇੱਕ ਤਾਂ ਕੁਦਰਤੀ ਸਾਧਨਾਂ ਦੇ ਆਧਾਰ 'ਤੇ ਬੁਰੀ ਤਰ੍ਹਾਂ ਖੋਰਾ ਲੱਗ ਰਿਹਾ ਹੈ ਡੰਡੀ। ਦੂਜਾ ਮਾਰੂ ਰਹਿੰਦ ਖੂੰਹਦ ਨੂੰ ਵਿਲੇ ਲਾਉਣ ਲਈ ਕਾਰਗਰ ਵਸੀਲਿਆਂ ਦੀ ਘਾਟ ਹੈ ਡੰਡੀ। ਸਮੱਸਿਆ ਦਾ ਪਹਿਲਾ ਜੁੱਟ ਪ੍ਰਿਥਵੀ ਦੇ ਜਲ, ਥਲ, ਖਾਣਾ ਅਤੇ ਜੰਗਲਾਂ ਦੇ ਸਾਧਨਾਂ ਦੇ ਨਿਘਾਰ ਦੀ ਮਾਰਮਿਕ ਕਥਾ ਬਿਆਨਦਾ ਹੈ ਡੰਡੀ। ਆਉਣ ਵਾਲੇ ਸਮੇਂ ਵਿੱਚ ਇਸ ਧਰਤੀ ਦੇ ਲੋਕ ਇਹਨਾਂ ਸਾਧਨਾਂ ਤੋਂ ਬਿਨਾਂ ਕਿਵੇਂ ਜਿਉਣਗੇ? ਪ੍ਰਸ਼ਨ ਚਿੰਨ੍ਹ। ਹਾਸਲ ਸਾਧਨਾਂ ਦੀ ਬੇਕਿਰਕ ਵਰਤੋਂ ਅਤੇ ਉਜਾੜੇ ਨੇ ਵਾਯੂਮੰਡਲ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ ਡੰਡੀ। ਜੀਵਨ ਰੱਖਿਅਕ ਓਜ਼ੋਨ ਪਰਤ ਛਿੱਜ ਰਹੀ ਹੈ ਡੰਡੀ। ਦੂਜਾ, ਹਰ ਸਾਲ ਪ੍ਰਿਥਵੀ 'ਤੇ 10 ਅਰਬ ਟਨ ਕੱਚੇ ਪਦਾਰਥ ਮੁੱਛ ਕੇ ਉਸਦਾ 94% ਹਿੱਸਾ ਮੁੜ ਗੰਦਗੀ ਦੇ ਰੂਪ ਵਿੱਚ ਧਰਤੀ ਨੂੰ ਮੋੜ ਦਿੰਦੇ ਹਾਂ ਡੰਡੀ। ਮਲੀਨਗੀ ਤਾਂ ਵਧੀ ਹੀ ਹੈ। ਗੰਧਲੀ ਸਿਆਸਤ ਵੀ ਕੁਦਰਤ ਨੂੰ ਹੋਰ ਗੰਧਲਾ ਕਰ ਰਹੀ ਹੈ ਡੰਡੀ। ਕੁਦਰਤੀ ਸੰਕਟ ਇੰਨੇ ਆਰਥਿਕ ਵਾਧੇ ਵਾਲੇ ਨਹੀਂ ਜਿੰਨੇ ਯੋਜਨਾਬੱਧ ਵਾਧੇ ਵਾਲੇ ਹਨ ਡੰਡੀ। ਇਹਨਾਂ ਸੰਕਟਾਂ ਦੇ ਸਿਆਸੀ, ਸਮਾਜਿਕ ਜਾਂ ਤਕਨੀਕ ਉੱਪਰ ਆਧਾਰਿਤ ਹੱਲ ਲੱਭਣ ਨੂੰ ਬਹੁਤ ਸਮਾਂ ਲੱਗੇਗਾ ਡੰਡੀ। ਇਹ ਸੰਕਟ ਥੋੜ੍ਹੇ ਸਮੇਂ ਵਿੱਚ ਹੀ ਵਿਕਰਾਲ ਰੂਪ ਧਾਰਨ ਕਰ ਲੈਂਦੇ ਹਨ ਡੰਡੀ। ਸਿਆਸਤਦਾਨਾਂ ਦਾ ਤਾਂ ਇਸ ਬੰਨੇ ਖਿਆਲ ਹੀ ਨਹੀਂ ਡੰਡੀ। ਪੈਰਾ ਚੇਂਜ। ਵਾਤਾਵਰਣੀ ਮਾਹਰ ਡਾਕਟਰ ਸੋਕੋਲੇਪ ਅਨੁਸਾਰ ਹਰ ਸ਼ਖਸ ਨੂੰ ਵਾਤਾਵਰਣ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦਾ ਪੂਰਾ ਹੱਕ ਹੈ ਡੰਡੀ। ਕੁਦਰਤੀ ਸਾਵੇਂਪਨ ਤੋਂ ਬਿਨਾਂ ਅਸੀਂ ਸਰਬੱਤ ਦੇ ਭਲੇ ਵਾਲੀ ਆਰਥਿਕਤਾ ਦੀ ਮੁੜ ਉਸਾਰੀ ਨਹੀਂ ਕਰ ਸਕਾਂਗੇ ਡੰਡੀ। ਵਾਤਾਵਰਣੀ ਸੰਕਟਾਂ ਬਾਰੇ ਗਿਆਨ ਤੋਂ ਬਿਨਾਂ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ ਡੰਡੀ। ਲਿਓਪੋਲਡ ਨੇ ਕਿਹਾ ਹੈ, ਕੁਦਰਤੀ ਸੰਭਾਲ ਜਿਸਨੂੰ ਧਰਤੀ ਕਿਹਾ ਜਾਂਦਾ ਹੈ, ਮੇਰੀ ਨਜ਼ਰੇ ਇਹੋ ਹੀ ਵਾਤਾਵਰਣ ਹੈ ਡੰਡੀ। ਇਸ ਦਾ ਭਵਿੱਖ ਮਨੁੱਖ ਦੀ ਜ਼ਮੀਰ ਨਾਲ ਜੁੜਿਆ ਹੋਇਆ ਹੈ ਡੰਡੀ। ਡਾਕਟਰ ਰਸ਼ਮੀ ਮੁਤਾਬਿਕ ਜਿਹੜੇ ਅਜੇ ਵੀ ਇਹ ਸੋਚਦੇ ਹਨ ਕਿ ਓਜ਼ੋਨ ਦਾ ਛਿੱਜਣਾ ਕੇਵਲ ਭਰਮ ਹੈ, ਜਿਹੜੇ ਇਹ ਚਿਤਵਦੇ ਹਨ ਕਿ ਸ਼ੇਰਾਂ, ਚੀਤਿਆਂ, ਡੱਡੂਆਂ, ਕੱਛੂਆਂ, ਚਿੜੀਆਂ, ਜਨੌਰਾਂ ਆਦਿ ਜਾਂ ਪਿੱਪਲਾਂ, ਬੋੜਾਂ ਨੂੰ ਹੁਣ ਲੋਪ ਹੋ ਜਾਣਾ ਚਾਹੀਦਾ ਹੈ ਕਿਉਂਕਿ ਮਨੁੱਖ ਤੇ ਉਸ ਦੀਆਂ ਸਿੰਥੈਟਿਕ ਵਸਤਾਂ ਲਈ ਹੋਰ ਧਰਤੀ ਦੀ ਲੋੜ ਹੈ, ਤਾਂ ਉਹਨਾਂ ਲੋਕਾਂ ਦੀ ਇਸ ਪ੍ਰਿਥਵੀ ਨਾਲ ਕੋਈ ਵਫਾ ਨਹੀਂ ਲੱਗਦੀ ਡੰਡੀ। ਇਹਨਾਂ ਦੀ ਬੇਵਫਾਈ ਸਾਰਿਆਂ ਨੂੰ ਲੈ ਬੈਠੇਗੀ ਡੰਡੀ। ਇਸ ਕੁੱਡਰ ਚਾਲ ਵਿੱਚ ਹਾਕਮ ਜਮਾਤਾਂ ਨੇ ਬੜੀ ਭੈੜੀ ਭੂਮਿਕਾ ਨਿਭਾਈ ਹੈ ਡੰਡੀ। ਨਾਓ 10 seconds relief. Be ready. Start. ਬਦਤਰ ਤੋਂ ਬਦਤਰ ਹੋ ਰਹੇ ਹਾਲਾਤ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੀ ਵਾਤਾਵਰਣੀ ਪ੍ਰੋਗਰਾਮ ਸੰਸਥਾ ਯੂਨਿਪ ਨੇ 1991 ਵਿੱਚ ਆਪਣਾ ਵਿਸ਼ਾ ਚੁਣਿਆ ਸੀ, ਬਦਲਦਾ ਜਲਵਾਯੂ, ਸੰਸਾਰ ਸਾਂਝ ਦੀ ਲੋੜ ਡੰਡੀ। ਉਸ ਕਿਹਾ, ਵਧਦੇ ਤਾਪਮਾਨਾਂ ਨੇ ਸਾਨੂੰ ਸਭ ਨੂੰ ਫਿਕਰਮੰਦ ਕਰ ਦਿੱਤਾ ਹੈ ਡੰਡੀ। ਹੁਣ ਉਹਨਾਂ ਭਾਗਾਂ ਵਿੱਚ ਵੀ ਹੜ੍ਹ ਅਤੇ ਝੱਖੜ ਆ ਸਕਦੇ ਹਨ ਜਿਨ੍ਹਾਂ ਨੇ ਇਹਨਾਂ ਨੂੰ ਪਹਿਲਾਂ ਕਦੀ ਨਹੀਂ ਸੀ ਹੰਢਾਇਆ ਡੰਡੀ।
ਇਹ ਸੰਸਾਰ ਵਿਆਪੀ ਸਮੱਸਿਆ ਹੈ ਤੇ ਇਸ ਦਾ ਹੱਲ ਵੀ ਸੰਸਾਰ ਪੱਧਰੀ ਸਾਂਝ ਹੈ ਡੰਡੀ। ਸੰਸਾਰ ਵਿਆਪੀ ਨਿੱਘ ਓਨੀ ਦੇਰ ਵੱਧਦਾ ਹੈ ਜਿੰਨੇ ਚਿਰ ਤੱਕ ਉਦਯੋਗਿਕ ਖੇਤਰ ਦੇ ਵਿਕਸਿਤ ਮੁਲਕ ਵਿਕਾਸਸ਼ੀਲ ਮੁਲਕਾਂ ਨੂੰ ਸਾਫ਼ ਤੇ ਮਲੀਨਤਾ ਰਹਿਤ ਤਕਨੀਕਾਂ ਸੌਖੀਆਂ ਸ਼ਰਤਾਂ ਤੇ ਬਰਾਮਦ ਨਹੀਂ ਕਰਦੇ ਡੰਡੀ। ਪਰ ਕੀ UNO ਸਵੈ ਸੰਪੰਨ ਹੈ? ਪ੍ਰਸ਼ਨ ਚਿੰਨ੍ਹ ਪੈਰਾ ਚੇਂਜ। ਤਾਪਮਾਨ ਵਧਣ ਨਾਲ ਸਾਗਰ ਫੈਲ ਜਾਣਗੇ, ਦੁਨੀਆ ਦੇ ਅਤੀ ਉਪਜਾਊ ਡੈਲਟਾ ਡੁੱਬ ਜਾਣਗੇ ਡੰਡੀ। ਰੁੱਤਾਂ ਅਤੇ ਵਰਖਾ ਬਣਤਰ ਵੀ ਬਦਲ ਜਾਵੇਗੀ। ਇਸ ਬਾਰੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ ਡੰਡੀ। ਧਰੁਵਾਂ ਦਾ ਪਿਘਲਣਾ, ਸਾਗਰਾਂ ਦਾ ਉਛਾਲ, ਟਾਪੂ ਮੁਲਕਾਂ ਨੂੰ ਖਤਰਾ, ਤਟਵਰਤੀ ਭਾਗਾਂ ਉੱਪਰ ਤੂਫਾਨਾਂ ਦੀ ਮਾਰ, ਤਪਤ ਤੇ ਅਰਧ ਤਪਤ ਖੇਤਰਾਂ ਵਿੱਚ ਵੱਧ ਗਰਮੀ ਤੇ ਵੱਧ ਸੋਕਾ, ਭੋਜਨ ਸਾਧਨਾਂ ਦੀ ਕਮੀ ਅਤੇ ਸੀਤ ਮੁਲਕਾਂ ਵਿੱਚ ਗਰਮੀ ਦਾ ਵਾਧਾ ਵੀ ਵਾਤਾਵਰਣੀ ਵਿਗਾੜਾਂ ਦਾ ਹੀ ਸਿੱਟਾ ਹੈ। ਪਰ ਕੀ ਅਸੀਂ ਕੋਈ ਸਬਕ ਸਿੱਖਿਆ ਹੈ? ਪ੍ਰਸ਼ਨ ਚਿੰਨ੍ਹ ਨਹੀਂ ਡੰਡੀ ਪੈਰਾ ਚੇਂਜ। ਨਾਓ ਸਪੀਡ ਇਨਕਰੀਜ਼ 5 to 10 words per minute। ਸਟਾਰਟ। ਮਨੁੱਖ ਦੁਆਰਾ ਸਿਰਜਿਤ ਵਾਤਾਵਰਣੀ ਵਿਪਤਾਵਾਂ ਪ੍ਰਿਥਵੀ ਦਾ ਮੁਹਾਂਦਰਾ ਬਦਲ ਰਹੀਆਂ ਹਨ ਡੰਡੀ। ਸਿਆਸਤਦਾਨ ਇਸ ਦਾ ਵੀ ਮੁੱਲ ਵੱਟਣ ਦੀ ਕੋਸ਼ਿਸ਼ ਕਰਨਗੇ ਡੰਡੀ। ਵਿਗਿਆਨ ਪੱਤਰਕਾਰ ਪ੍ਰਵੀਨ ਲਿਖਦਾ ਹੈ, ਸਨਅਤੀ ਸਮਾਜ ਦਾ ਕੀਤਾ ਗਿਆ ਈਕੋਲੋਜੀਕਲ ਵਿਨਾਸ਼ ਪ੍ਰਿਥਵੀ ਨੂੰ ਪਰਮਾਣੂ ਸਰਬਨਾਸ਼ ਵਰਗੇ ਕਗਾਰ ਵੱਲ ਧੱਕ ਰਿਹਾ ਹੈ ਡੰਡੀ। ਮਨੁੱਖ ਨੇ ਅੰਤਰ ਆਧਾਰੀ ਜਲਵਾਯੂ ਪ੍ਰਣਾਲੀਆਂ ਵਿੱਚ ਬੇਸਮਝ ਦਖਲ ਅੰਦਾਜ਼ੀ ਸ਼ੁਰੂ ਕਰ ਦਿੱਤੀ ਹੈ, ਜਿਸ ਨੇ ਪ੍ਰਤੀਕਰਮਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਡੰਡੀ। ਇਸ ਨਾਲ ਜੀਵਨ ਦੇ ਗੁਣਾਤਮਕ ਪੱਖਾਂ ਉੱਪਰ ਮਾੜੇ ਪ੍ਰਭਾਵ ਪੈਣਗੇ ਅਤੇ ਜ਼ਿੰਦਗੀ ਨੂੰ ਆਸਰਾ ਦੇਣ ਵਾਲੀਆਂ ਪ੍ਰਣਾਲੀਆਂ ਖਿੰਡ-ਪੁੰਡ ਜਾਣਗੀਆਂ ਡੰਡੀ ਪੈਰਾ ਚੇਂਜ। ਸਾਡਾ ਖੂਬਸੂਰਤ ਗ੍ਰਹਿ ਜੀਵੰਤ ਪ੍ਰਣਾਲੀ ਹੈ ਡੰਡੀ। ਜਲ, ਭੂਮੀ, ਪੌਣ, ਬਨਸਪਤੀ ਅਤੇ ਪ੍ਰਾਣੀ ਸਭ ਇੱਕ ਦੂਜੇ ਉੱਪਰ ਪਰਸਪਰ ਆਧਾਰਿਤ ਹਨ ਤੇ ਇੱਕੋ ਹੀ ਤਾਣੇ ਬਾਣੇ ਵਿੱਚ ਜੁੜੇ ਹੋਏ ਹਨ ਡੰਡੀ। ਜੇ ਇੱਕ ਵੀ ਹਿੱਲ ਗਿਆ ਤਾਂ ਸਮੁੱਚੀ ਤਾਣੀ ਉਲਝ ਜਾਵੇਗੀ ਡੰਡੀ। ਇਸ ਤਾਣੀ ਨੂੰ ਮੌਜੂਦਾ ਨਿਜ਼ਾਮ ਅਤੇ ਬੇਰੋਕ ਵਸੋਂ ਵੀ ਉਲਝਾ ਰਹੀ ਹੈ ਡੰਡੀ। ਜੰਗਲ ਮਰ ਮੁੱਕ ਰਹੇ ਹਨ, ਜਲਵਾਯੂ ਬਦਲ ਗਈ ਹੈ, ਮਿੱਟੀ ਦੀਆਂ ਜ਼ਰਖੇਜ਼ ਪਰਤਾਂ ਰੁੜ ਰਹੀਆਂ ਹਨ ਡੰਡੀ। ਬੀਤੀ ਸਦੀ ਵਿੱਚ ਮਨੁੱਖ ਧਰਤੀ ਉੱਪਰਲੀਆਂ ਮੂਲ ਸਹੂਲਤਾਂ ਅਤੇ ਧਰਤੀ ਹੇਠਲੇ ਖਣਿਜਾਂ ਉੱਪਰ ਹੀ ਨਿਰਭਰ ਰਿਹਾ ਹੈ ਡੰਡੀ। ਇਹਨਾਂ ਵਸਤਾਂ ਦੀ ਸਿਰਜਣਾ ਵਿੱਚ ਕੁਦਰਤ ਨੂੰ ਕਰੋੜਾਂ ਸਾਲ ਲੱਗ ਗਏ ਸਨ, ਪਰ ਮਨੁੱਖ ਉਹਨਾਂ ਨੂੰ ਕੁਝ ਕੁ ਪੀੜ੍ਹੀਆਂ ਵਿੱਚ ਹੀ ਮੁਕਾ ਚੱਲਿਆ ਹੈ ਡੰਡੀ। ਧੜਵੈਲ ਮੁਲਕਾਂ ਅਤੇ ਲੁਟੇਰੀਆਂ ਹਾਕਮ ਜਮਾਤਾਂ ਨੇ ਵਿਕਾਸ ਦੇ ਨਾਂ ਉੱਤੇ ਬੜਾ ਕੁਝ ਹੁੰਜਿਆ ਅਤੇ ਲੁੱਟਿਆ ਹੈ, ਪਰ ਵਿਕਾਸਸ਼ੀਲ ਮੁਲਕਾਂ ਅੰਦਰ ਵੀ ਗਲਤ ਮਿੱਥ ਚੱਲ ਰਹੀ ਹੈ ਕਿ ਵਿਕਾਸ ਯੋਜਨਾਵਾਂ ਹੀ ਹਰ ਬਿਮਾਰੀ ਦਾ ਹੱਲ ਹਨ ਡੰਡੀ। ਇਹਨਾਂ ਵਿਕਾਸ ਯੋਜਨਾਵਾਂ ਦੀ ਘਾੜਤ ਸਮੇਂ ਵਾਤਾਵਰਣੀ ਪੱਖ ਸਦਾ ਹੀ ਨਜ਼ਰ ਅੰਦਾਜ਼ ਹੁੰਦੇ ਹਨ ਡੰਡੀ। ਵਿਕਾਸ ਕਿਸੇ ਵੀ ਕੀਮਤ ਤੇ ਵਾਲੀ ਧਾਰਨਾ ਗਲਤ ਹੈ ਡੰਡੀ। ਬਹੁਤ ਘੱਟ ਲੋਕ ਹੀ ਇਹਨਾਂ ਵਿਕਾਸ ਯੋਜਨਾਵਾਂ ਦਾ ਲਾਭ ਉਠਾ ਸਕਦੇ ਹਨ, ਜਦਕਿ ਸੰਤਾਪ ਸਭ ਨੂੰ ਭੁਗਤਣਾ ਪੈਣਾ ਹੈ ਡੰਡੀ। ਫਿਰ ਇਹ ਵਿਕਾਸ ਕਿਸ ਦਾ ਹੋਇਆ? ਪ੍ਰਸ਼ਨ ਚਿੰਨ੍ਹ ਪੈਰਾ ਚੇਂਜ। ਸਭਿਅਤਾ ਦੇ ਜਿਸ ਵਰਤਮਾਨ ਪੜਾਅ ਵਿੱਚ ਮਨੁੱਖ ਜਾਤੀ ਲੰਘ ਰਹੀ ਹੈ, ਉਸ ਵਿੱਚ ਕੁਦਰਤ ਧਰਤੀ ਨਾਲ ਮਨੁੱਖੀ ਰਿਸ਼ਤੇ ਦੇ ਮੁੜ ਮੁਲਾਂਕਣ ਦੀ ਲੋੜ ਹੈ ਡੰਡੀ। ਸਾਡੀਆਂ ਸਮਾਜੀ ਅਤੇ ਆਰਥਿਕ ਚਿੰਤਾਵਾਂ ਵਿੱਚ ਜਿੰਨਾ ਵਾਧਾ ਹੋਇਆ ਹੈ, ਉਸ ਦਾ ਮੂਲ ਆਧਾਰ ਕੁਦਰਤ ਦਾ ਉਜਾੜਾ ਹੈ ਡੰਡੀ। ਕੁਦਰਤ ਵਿਗਿਆਨੀ ਲਾਪਤੇਵ ਦਾ ਕਹਿਣਾ ਹੈ, ਮਨੁੱਖ ਦਾ ਇਤਿਹਾਸ ਸਿਰਫ ਕਾਗਜ਼ਾਂ ਉੱਪਰ
ਹੀ ਨਹੀਂ, ਪ੍ਰਿਥਵੀ ਦੇ ਚਿਹਰੇ ਉੱਪਰ ਵੀ ਲਿਖਿਆ ਜਾਂਦਾ ਹੈ ਡੰਡੀ। ਕਾਗਜ਼ ਉੱਪਰ ਲਿਖਿਆ ਇਤਿਹਾਸ ਤਾਂ ਮਿਟ ਸਕਦਾ ਹੈ, ਪਰ ਕੁਦਰਤ ਦੇ ਜ਼ਿਹਨ ਵਿੱਚ ਉਕਰੀਆਂ ਗੱਲਾਂ ਅਮਿੱਟ ਬਣ ਜਾਂਦੀਆਂ ਹਨ ਡੰਡੀ। ਇਸ ਲਈ ਸਮੁੱਚੇ ਸੰਸਾਰ ਨੂੰ ਜਾਗਣ ਦੀ ਲੋੜ ਹੈ ਡੰਡੀ। ਭਾਰਤੀ ਦਰਸ਼ਨ ਵੀ ਸਾਨੂੰ ਕੁਦਰਤ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦਾ ਹੈ ਡੰਡੀ। ਸਾਡੇ ਮੇਲੇ, ਨਦੀਆਂ, ਕੰਢੇ ਜੁੜਦੇ ਹਨ ਡੰਡੀ। ਅਸੀਂ ਕੰਜਕਾਂ ਨੂੰ ਪੂਜਦੇ ਹਾਂ ਡੰਡੀ। ਸਾਡਾ ਸੱਭਿਆਚਾਰ ਭਾਉਣਾ ਜਨੌਰਾਂ ਨੂੰ ਚੋਗਾ ਪਾਉਂਦਾ, ਜਲਕੁੰਡਾਂ ਦੇ ਦੀਵੇ ਜਗਾਉਂਦਾ ਹੈ ਡੰਡੀ। ਰੁੱਖਾਂ ਨੂੰ ਮੌਲੀਆਂ ਬੰਨ੍ਹਦਾ ਹੈ ਡੰਡੀ। ਅਸੀਂ ਹੀ ਇਸ ਦੇ ਅਸਲ ਭਾਵਾਂ ਨੂੰ ਭੁਲਾ ਗਏ ਹਾਂ ਡੰਡੀ। ਵੇਲਾ ਹੈ, ਆਓ ਬਿਰਛਾਂ ਦੀ ਗੱਲ ਕਰੀਏ, ਦਰਿਆਵਾਂ ਦੀ ਬਾਂਹ ਫੜੀਏ ਅਤੇ ਧਰਤੀ ਦਾ ਅਦਬ ਕਰੀਏ ਡੰਡੀ।